तेरे कवन कवन गुण कह कह गावां। तू साहिब गुणी निधाना। तुमरी महिमा बरन न साकौं। तू ठाकुर ऊच भगवान। तुमरी महिमा बरन न साकौं। तू ठाकुर ऊच भगवान। वाहिगुरु साहिब जी। गौड़ी महला नावा। साधो एहो मन गहियो न जाई। चंचल तृष्णा संग बसत है। या ते थिर न रहाई। रहाओ कठन क्रोध कट ही के भीतर। जेह सुध सब बिसराई। रतन ज्ञान सब को हिर लीना। तास्यों कछ न बसाई। जोगी जतन करत सब हारे। गुणी रहे गुण गाई। जन नानक हर भये दयाला। तो सब बिद बन आई। वाहिगुरु जी का खालसा वाहिगुरु जी की फतेह। अज दा ये पावन शब्द गौड़ी राग दे अंदर गुरु तेग बहादुर साहिब सतगुरां दी मुबारक रसना तो उचारण किया। साहिब सतगुरां दे मुबारक अंग 219 दे उपर दर्ज है। ये गुरु तेग बहादुर साहब जी का गुरु ग्रंथ साहब जी दे अंदर चौथा शब्द है। इस शब्द दे अंदर बख्शिश कीतियां हुईयां रहमतां बख्शिशां ये अज आपां विचारण का यतन करना है। सतगुरु रहमत करन, आप जी ने कृपा करनी। विचारां दी आरंभता तो पहला अपनियां मनोवृत्तियां नूं करो इकागर। रसना नूं करो पवित्र, करो गुरफतेह दी सांझ। वाहिगुरु जी का खालसा वाहिगुरु जी की फतेह। अज दा ये पावन शब्द, इस शब्द दे अंदर गुरु तेग बहादुर साहिब सतगुरां ने जिन्ना वो इंसान जिहड़े अपने मन नूं साधन दा यतन कर रहे हैं, जिन्हां दे वास्ते उन्होंने शब्द भी साधो वरत्या है। साधो ते नाल मेरे पातशाह जी ने आख्या साधो एहो मन गहियो न जाई। गहियो दा भाव है पकड़ लेना। गहियो दा जिहड़ा शाब्दिक अर्थ सीधा बनता है। जिहड़े बचन असीं पढ़ते हैं ना, दोहरा सगल द्वार कौ छाड़ कै गहियो तुहारो द्वार, ये उही गहियो शब्द है। इहदा वैसे जिहड़ा अर्थ किया जाता है ना कि साधो एहो मन गहियो न जाई, कि ये मन जिहड़ा है ना ये वस विच नहीं आउंदा। ये मन जिहड़ा है ना ये पकड़ दे अंदर नहीं आउंदा। इहनूं पकड़िया जा ही नहीं सकदा जिन्ना मर्जी कहंदे यतन कर लो। पर इत्थे एक वखरी गल है। अज जरा ध्यान नाल आपां समझना इस शब्द नूं। किसी इंसान नूं ये गल कहनी कि तेरा मन जिहड़ा है वो तेरे वस विच नहीं, कि तेरा मन जिहड़ा वो तेरे काबू विच नहीं, ये बड़ी सौखी गल है।
ਕਿਸੇ ਇਨਸਾਨ ਨੂੰ ਕਹਿਣਾ। ਪਰ ਸੰਬੋਧਨ ਕਰਕੇ ਸਾਧ ਜਨਾਂ ਨੂੰ ਸਾਧੋ ਸ਼ਬਦ ਵਰਤਣਾ, ਕਿਉਂਕਿ ਸਾਧ ਦਾ ਅਰਥ ਇਹ ਮੰਨਿਆ ਗਿਆ ਹੈ ਕਿ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ। ਸਾਧ ਦਾ ਅਰਥ ਹੀ ਇਹ ਹੈ, ਕਿਉਂਕਿ ਆ ਬਚਨ ਵੀ ਪੜ੍ਹਦੇ ਆ, ਇੱਕ ਵਿਦਵਾਨ ਨੇ ਆਖਿਆ ਕਿ ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਤੇ ਫਿਰ ਸਾਧ ਕਹਾਉਣ ਦਾ ਕੀ ਫਾਇਦਾ। ਫਿਰ ਸਾਧ ਕਹਾਉਣ ਦਾ ਕੋਈ ਫਾਇਦਾ ਨਹੀਂ ਹੈ। ਜੇ ਸਾਧੂ ਬਣ ਕੇ ਕਦੇ ਆਪਣੇ ਮਨ ਨੂੰ ਸਾਧਣ ਦਾ, ਮਨ ਨੂੰ ਸਮਝਾਉਣ ਦਾ, ਮਨ ਨੂੰ ਕਾਬੂ ਵਿੱਚ, ਵਸ ਵਿੱਚ ਕਰਨ ਦਾ ਕਦੇ ਯਤਨ ਹੀ ਨਾ ਕੀਤਾ। ਮੈਂ ਤਾਂ ਇਹ ਬੇਨਤੀ ਕਰ ਰਿਹਾ ਕਿ ਇੱਕ ਇਨਸਾਨ ਨੂੰ ਕਹਿਣਾ ਕਿ ਆਪ ਇਹ ਮਨ ਤੇਰੇ ਵਸ ਵਿੱਚ ਨਹੀਂ ਹੈ, ਇਹ ਬੜੀ ਆਮ ਗੱਲ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਧੂ ਨੂੰ ਕਹਿ ਰਹੇ ਨੇ, ਸਾਧੋ ਇਹੋ ਮਨ ਗਹਿਓ ਨਾ ਜਾਈ। ਇਹ ਮਨ ਕਾਬੂ ਵਿੱਚ ਨਹੀਂ ਆਉਂਦਾ, ਇਹ ਮਨ ਪਕੜ ਵਿੱਚ ਨਹੀਂ ਆਉਂਦਾ, ਇਹ ਮਨ ਸਾਧਿਆ ਨਹੀਂ ਜਾ ਰਿਹਾ। ਕਿਉਂ? ਕਿਉਂਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਇਹ ਕਾਰਨ ਗੁਰੂ ਸਾਹਿਬ ਨੇ ਦਿੱਤਾ ਹੈ। ਕਿਉਂ ਇਹ ਮਨ ਜਿਹੜਾ ਉਹ ਕਾਬੂ ਵਿੱਚ ਨਹੀਂ ਆ ਰਿਹਾ, ਕਿਉਂ ਇਹ ਮਨ ਸੋਧਿਆ ਨਹੀਂ ਜਾ ਰਿਹਾ? ਕਹਿੰਦੇ ਇਹਦਾ ਕਾਰਨ ਹੈ ਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਇਹਦੇ ਨਾਲ, ਇਹਦੇ ਸੰਗ ਮਨ ਦੇ ਨਾਲ ਜਿਹੜੀ ਚੰਚਲ ਰੂਪੀ ਤ੍ਰਿਸ਼ਨਾ ਹੈ ਨਾ, ਉਹ ਵਸ ਰਹੀ ਹੈ। ਉਹ ਚੰਚਲ ਤ੍ਰਿਸ਼ਨਾ ਇਹਦੇ ਸੰਗ ਬਸਤ ਹੈ, ਇਹਦੇ ਸੰਗ ਵਸਦੀ ਏ, ਇਹਦੇ ਨਾਲ ਰਹਿ ਰਹੀ ਏ। ਤੇ ਪਾਤਸ਼ਾਹ ਜੀ ਨੇ ਆਖਿਆ, ਜਾਂ ਤੇ ਥਿਰ ਨਾ ਰਹਾਈ। ਇਸੇ ਕਾਰਨ ਇਹ ਕਾਰਨ ਹੈ ਜਿਹਦੇ ਕਰਕੇ ਇਹ ਮਨ ਥਿਰ ਨਹੀਂ ਹੈ, ਮਨ ਟਿਕਦਾ ਨਹੀਂ ਹੈ, ਮਨ ਦੌੜਦਾ ਪਿਆ। ਉਹਦਾ ਇਹ ਕਾਰਨ ਹੈ ਕਿ ਇਹਦੇ ਨਾਲ ਚੰਚਲ ਤ੍ਰਿਸ਼ਨਾ ਵਸਦੀ ਪਈ ਹੈ। ਤਾਂ ਕਿਹਾ ਸਾਧੂ ਇਹ ਮਨ ਗਹਿਓ ਨਾ ਜਾਈ। ਹੁਣ ਵੇਖੋ, ਗੱਲ ਤੇ ਮਨ ਤੇ ਆ ਕੇ ਹੀ ਨਿਬੜਨੀ ਹੈ। ਗੱਲ ਤੇ ਮਨ ਤੇ ਹੀ ਆ ਕੇ ਨਿਬੜਨੀ। ਜਿੱਥੋਂ ਵੀ ਵੇਖੀਏ ਜਾਂ ਬਾਣੀ ਦੇ ਅੰਦਰ ਵਾਰ-ਵਾਰ ਮੇਰੇ ਪਾਤਸ਼ਾਹ ਨੇ ਮਨ ਨੂੰ ਸੰਬੋਧਨ ਕੀਤਾ ਹੈ, ਵਾਰ-ਵਾਰ, ਇੱਕ ਦੋ ਵਾਰ ਨਹੀਂ, ਬੜੀ ਵਾਰ। ਹੁਣ ਅਸੀਂ ਆਪਣੀ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ ਆਨੰਦ ਸਾਹਿਬ, ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸਤਿਗੁਰਾਂ ਨੇ ਉੱਥੇ ਵੀ ਮਨ ਨੂੰ ਸਮਝਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਫਿਰ ਮਨ ਨੂੰ ਆਖਿਆ, ਮਨਾ ਸਮਝ, ਇਸ ਗੱਲ ਨੂੰ ਜਾਣ। ਕਿਹੜੀ ਗੱਲ ਨੂੰ? ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ। ਮਨ ਕੁਟੰਬ ਵਾਲੇ ਪਾਸੇ ਆ ਗਿਆ, ਮਨ ਪਰਿਵਾਰ ਵਾਲੇ ਪਾਸੇ ਆ ਗਿਆ। ਸਾਧੂ ਨੂੰ ਇਹ ਸ਼ਬਦ ਕਿਉਂ ਕਿਹਾ? ਕਿਉਂਕਿ ਤਿਆਗੀ ਤੇ ਬਣ ਗਏ, ਤਿਆਗ ਦਿੱਤਾ, ਬਾਹਰੋਂ ਸਭ ਕੁਝ ਤਿਆਗ ਦਿੱਤਾ ਹੈ, ਬਾਹਰੋਂ, ਪਰ ਮਨ ਦੇ ਵਿੱਚੋਂ ਕੁਝ ਵੀ ਤਿਆਗਿਆ ਨਹੀਂ ਗਿਆ। ਬਾਹਰੋਂ ਤਿਆਗ ਦਿੱਤਾ, ਘਰ-ਬਾਰ ਤਿਆਗ ਕੇ ਮੈਂ ਚੱਲਿਆ ਹਾਂ। ਬਾਹਰੋਂ ਸਭ ਕੁਝ ਤਿਆਗ ਦਿੱਤਾ, ਮੈਂ ਆਪਣਾ ਘਰ ਵੀ ਛੱਡ ਦਿੱਤਾ, ਆਪਣੇ ਧੀਆਂ ਪੁੱਤਰ ਵੀ ਛੱਡ ਦਿੱਤੇ, ਆਪਣੀ ਪਤਨੀ, ਜ਼ਮੀਨ, ਜਾਇਦਾਦ, ਮੈਂ ਕੁਝ ਵੀ ਨਾਲ ਨਹੀਂ ਲੈ ਕੇ ਚੱਲਿਆ। ਮੈਂ ਸਭ ਕੁਝ ਛੱਡ ਕੇ ਜਾ ਰਿਹਾ ਹਾਂ, ਸਭ ਕੁਝ ਤਿਆਗ ਕੇ ਜਾ ਰਿਹਾ ਹਾਂ ਇੱਥੇ। ਪਰ ਗੁਰੂ ਸਾਹਿਬ ਨੇ ਆਖਿਆ ਕਿ ਬਾਹਰੋਂ ਤੇ ਸਭ ਕੁਝ ਛੱਡ ਕੇ ਚਲਾ ਗਿਆ, ਪਰ ਮਨ ਦੇ ਤੌਰ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ ਹੈ। ਗੱਲ ਵਿਗੜੀ ਕਿੱਥੇ ਆ? ਮਨ ਦੇ ਤੌਰ ਤੇ ਧੀਆਂ ਪੁੱਤਰ ਵੀ ਨਾਲ ਨੇ। ਜੇ ਘਰ ਛੱਡ ਕੇ ਚਲਾ ਗਿਆ, ਜੰਗਲ ਵਿੱਚ ਬੈਠ ਗਿਆ, ਤਿਆਗੀ ਬਣ ਗਿਆ, ਤੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਮਨ ਦੇ ਤੌਰ ਤੇ ਧੀਆਂ ਪੁੱਤਰਾਂ ਨੂੰ ਵੀ ਨਾਲ ਲੈ ਕੇ ਚਲਾ ਗਿਆ। ਮਨ ਦੇ ਤੌਰ ਤੇ ਪਰਿਵਾਰ, ਕੁਟੰਬ, ਕਬੀਲਾ। ਇੱਕ ਹੋਰ ਬੇਨਤੀ ਕਰਾਂ, ਇੱਕ ਹਉਮੈ ਵੀ ਆਪਣੇ ਨਾਲ ਲੈ ਕੇ ਚਲਾ ਗਿਆ। ਹਉਮੈ ਪਤਾ ਕਿਹੜੀ ਹੈ? ਕਿ ਮੈਂ ਤਿਆਗ ਕਰਕੇ ਆਇਆ ਹਾਂ। ਸਾਧੂ ਇਹ ਮਨ ਗਹਿਓ ਨਾ ਜਾਈ। ਕਿਉਂ? ਮੇਰੇ ਪਾਤਸ਼ਾਹ ਨੇ ਸਾਧੂਆਂ ਨੂੰ ਇਹ ਸ਼ਬਦ ਕਿਹਾ ਜਿਹੜੇ ਸਾਧਨ ਲਈ ਤੁਰ ਪਏ। ਕਹਿੰਦੇ ਇੱਕ ਗੱਲ ਸਮਝ ਲੈ, ਜੇ ਤਿਆਗ ਕਰਨ ਦਾ ਹੰਕਾਰ, ਤਿਆਗ ਨੇ ਤੇ ਹਉਮੈ ਨੂੰ ਬਾਹਰ ਕੱਢਣਾ ਸੀ, ਤੇ ਜੇ ਤਿਆਗ ਦਾ ਹੀ ਹੰਕਾਰ ਮਨ ਦੇ ਅੰਦਰ ਆ ਕੇ ਵਸ ਗਿਆ ਤੇ ਉਹਨੂੰ ਬਾਹਰ ਕੌਣ ਕੱਢੇਗਾ? ਫਿਰ ਤਾਂ ਸਾਧੂ ਨੂੰ ਇਹ ਸ਼ਬਦ ਕਿਹਾ। ਮੇਰੇ ਪਾਤਸ਼ਾਹ ਨੇ, ਗੁਰੂ ਅਮਰਦਾਸ ਸਾਹਿਬ ਸਤਿਗੁਰਾਂ ਨੇ ਆਖਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਜਿਹੜਾ ਵੇਖਦੇ ਪਏ ਆ ਨਾ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ। ਕਹਿੰਦੇ ਤਿਸ ਨਾਲ ਕਿਉਂ? ਕਿਸ ਵਾਸਤੇ? ਕਿਉਂ ਚਿੱਤ ਲਾਈਐ? ਕਿਉਂ?
ਜਿਨੇ ਤੇਰੇ ਨਾਲ ਨਹੀਂ ਜਾਣਾ ਤੂੰ ਉਹਦੇ ਨਾਲ ਚਿੱਤ ਕਿਉਂ ਲਾ ਰਿਹਾ ਹੈ, ਉਹਦੇ ਨਾਲ ਚਿੱਤ ਕਿਉਂ ਜੋੜ ਰਿਹਾ ਹੈ। ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਤੇ ਇਹ ਸਮਝਿਓ ਅਗਲੀ ਪੰਕਤੀ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹੋ ਜਿਹਾ ਕੰਮ ਜਿਹੜਾ ਹੈ ਨਾ ਜਿਹਦੇ ਨਾਲ ਅਖੀਰ ਤੇ, ਜਿਹਦੇ ਨਾਲ ਮੇਰੇ ਪਾਤਸ਼ਾਹ ਜੀ ਨੇ ਆਖਿਆ ਅਖੀਰਲੇ ਸਮੇਂ ਤੇ ਪਛਤਾਉਣਾ ਪੈ ਜਾਵੇ ਨਾ, ਉਹ ਕੰਮ ਭੁੱਲ ਕੇ ਵੀ ਨਹੀਂ, ਗਲਤੀ ਨਾਲ ਵੀ ਉਹ ਕੰਮ ਨਹੀਂ ਕਰਨਾ। ਐਸਾ ਕੰਮ ਮਨ ਜਿਹੜਾ ਹੈ ਨਾ, ਮਨ ਨੂੰ ਸਾਧ ਲਿਆ ਤੇ ਸਮਝ ਲਓ ਰੱਬ ਮਿਲ ਗਿਆ। ਮਨ ਰੱਬ ਦੇ, ਵਾਹਿਗੁਰੂ ਰੱਬ ਮਨ ਦੇ ਅੰਦਰ ਬੈਠਾ ਹੈ, ਵੱਸਦਾ ਹੈ ਇਹਦੇ ਅੰਦਰ ਹੀ, ਕਿਤੇ ਦੂਰ ਨਹੀਂ ਹੈ। ਕਿਸੇ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਰੱਬ ਕਿੱਥੇ ਬੈਠਾ ਹੈ? ਕਹਿੰਦੇ ਤੇਰੇ ਅੰਦਰ ਬੈਠਾ ਹੈ। ਅੱਛਾ ਪਾਤਸ਼ਾਹ ਕਿਵੇਂ ਬੈਠਾ ਹੈ? ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਬੜਾ ਬਰੀਕ ਪਰਦਾ ਹੈ ਤੇਰੇ ਤੇ ਪਰਮਾਤਮਾ ਦੇ ਵਿਚਕਾਰ, ਟਰਾਂਸਪੇਰੈਂਟ, ਪਾਰਦਰਸ਼ੀ। ਟਰਾਂਸਪੇਰੈਂਟ ਦਾ ਮਤਲਬ ਹੈ ਜਿਹਦੇ ਆਰ ਪਾਰ ਨਜ਼ਰ ਆ ਜਾਵੇ। ਬੜਾ ਪਾਰਦਰਸ਼ੀ ਪਰਦਾ ਹੈ ਤੇਰੇ ਤੇ ਰੱਬ ਦੇ ਵਿਚਕਾਰ। ਕਹਿੰਦਾ ਪਾਤਸ਼ਾਹ, ਸਿੱਖ ਕਹਿੰਦਾ ਫਿਰ ਗੁਰੂ ਸਾਹਿਬ ਜੀ ਰੱਬ ਦਿਸਦਾ ਕਿਉਂ ਨਹੀਂ? ਬੈਠਾ ਮਨ ਦੇ ਵਿੱਚ, ਤੁਸੀਂ ਕਹਿ ਰਹੇ ਹੋ ਕਿ ਪਰਦਾ ਵੀ ਬੜਾ ਟਰਾਂਸਪੇਰੈਂਟ ਹੈ, ਪਾਰਦਰਸ਼ੀ ਹੈ। ਐਗਜ਼ੈਂਪਲ ਗੁਰੂ ਸਾਹਿਬ ਨੇ ਭੰਬੀਰੀ ਦੇ ਖੰਭ ਦੀ ਦਿੱਤੀ ਹੈ। ਭੰਬੀਰੀਆਂ ਉੱਠਦੀਆਂ ਨੇ ਨਾ ਖੇਤਾਂ ਵਿੱਚ, ਉਹਦਾ ਖੰਭ ਪਾਰਦਰਸ਼ੀ ਹੁੰਦਾ, ਉਹਦੇ ਆਰ ਪਾਰ ਨਜ਼ਰ ਆਉਂਦਾ ਹੈ। ਫਿਰ ਦਿਸਦਾ ਕਿਉਂ ਨਹੀਂ? ਤੇ ਪਾਤਸ਼ਾਹ ਨੇ ਪਤਾ ਕੀ ਆਖਿਆ? ਕਹਿੰਦੇ ਬੈਠਾ ਤੇਰੇ ਅੰਦਰ ਇਹ ਪਰਦਾ ਵੀ ਬੜਾ ਸੂਖਸ਼ਮ ਬਰੀਕ ਹੈ, ਪਰ ਭਲਿਆ ਤੂੰ ਆਪਣੇ ਤੇ ਰੱਬ ਦੇ ਵਿਚਕਾਰ ਇੱਕ ਹਉਮੈ ਦੀ ਕੰਧ ਖੜੀ ਕਰ ਲਈ ਹੈ ਆਪ ਹੀ। ਇਹ ਰੱਬ ਨੇ ਨਹੀਂ ਕੀਤੀ। ਕਹਿੰਦੇ ਤੂੰ ਆਪ ਐਗਜ਼ੈਂਪਲ ਦਿੱਤੀ ਬਾਣੀ ਦੇ ਅੰਦਰ, ਹਉ ਹਉ ਭੀਤ ਭਇਓ ਹੈ ਬੀਚੋ, ਹਉ ਹਉ ਹਉਮੈ ਰੂਪੀ ਭੀਤ ਕੰਧ ਦੀਵਾਰ, ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ਼ ਨਿਕਟਾਇਓ। ਸੁਣਿਆ ਉਹਦਾ ਦੇਸ਼ ਬੜਾ ਨੇੜੇ ਹੈ। ਕਹਿੰਦੇ ਭਾਂਭੀਰੀ ਕੇ ਪਾਤ ਪਰਦੋ, ਭੰਬੀਰੀ ਦੇ ਖੰਭ ਵਰਗਾ, ਇੰਨਾ ਬਰੀਕ, ਇੰਨਾ ਪਾਰਦਰਸ਼ੀ, ਬਿਲਕੁਲ ਸਾਫ਼ ਨਜ਼ਰ ਆਉਣ ਵਾਲਾ। ਭਾਂਭੀਰੀ ਕੇ ਪਾਤ ਪਰਦੋ ਬਿਨ ਪੇਖੈ ਦੂਰ ਆਇਓ। ਉਹ ਦੂਰ ਹੀ ਜਾਣਾ ਹੈ, ਪਰਮਾਤਮਾ ਦਿਸਣਾ ਨਹੀਂ। ਹਉਮੈ ਦੀ ਕੰਧ ਜੋ ਖੜੀ ਕਰ ਲਈ, ਇਹ ਹਉਮੈ ਬੜੀ ਸੂਖਸ਼ਮ ਹੈ, ਬੜੀ ਸੂਖਸ਼ਮ। ਧਿਆਨ ਨਾਲ ਸੁਣਿਓ, ਹਉਮੈ ਇੰਨੀ ਕੁ ਸੂਖਸ਼ਮ ਹੈ। ਹਉਮੈ ਪ੍ਰਭਾਵ ਕਿਵੇਂ ਪਾਉਂਦੀ ਹੈ? ਤਾਂ ਇਹ ਜਿਹੜੀ ਸਾਡੇ ਅੰਦਰ ਮਨ ਕਿਉਂ ਨਹੀਂ ਟਿਕਦਾ? ਮਨ ਟਿਕਣਾ ਹੈ ਗੁਰਦੁਆਰੇ ਆ ਕੇ, ਮੰਨਦੇ ਆ ਨਾ। ਪਰ ਜੇ ਇਸੇ ਗੱਲ ਦੀ ਹਉਮੈ ਹੋ ਗਈ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾਣਾ ਤੇ ਨਿਤਨੇਮ ਕਰਦਾ, ਮੇਰੇ ਵਰਗਾ ਕੋਈ ਨਹੀਂ, ਤੇ ਉਹ ਹਉਮੈ ਬਾਹਰ ਕੌਣ ਕੱਢੇਗਾ? ਦੱਸੋ। ਬੜੀ ਸੂਖਸ਼ਮ ਰੂਪ ਵਿੱਚ ਹਉਮੈ ਸਾਡੇ ਅੰਦਰ ਆ ਕੇ ਵੱਸਦੀ ਹੈ, ਬੜੀ ਸੂਖਸ਼ਮ। ਜੇ ਮੈਂ ਕਹਾਂ ਕਿ ਮੇਰੇ ਵਰਗਾ ਕੋਈ ਗਿਆਨੀ ਨਹੀਂ, ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਤੇ ਸਭ ਤੋਂ ਵੱਡੀ ਮੂਰਖਤਾ ਹੋਏਗੀ ਹਉਮੈ ਦੇ ਨਾਲ। ਇਹ ਸੱਚਾਈ ਹੈ। ਖੈਰ ਇਹ ਵਿਸ਼ੇ ਵੱਲ ਨਾ ਜਾਵਾਂ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਫਿਰ ਮਨ ਨੇ ਕਿਹਾ ਕਰਨਾ ਕੀ ਹੈ? ਮਨ ਨੇ ਕਿਹਾ, ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ, ਤੂੰ ਗੁਰੂ ਦਾ ਉਪਦੇਸ਼ ਸੁਣ। ਹੋਵੈ ਤੇਰੇ ਨਾਲੇ, ਇਹ ਤੇਰੇ ਨਾਲ ਹੈ, ਨਾਲ ਰਹੇਗਾ, ਨਾਲ ਜਾਏਗਾ, ਨਾਲ ਹੀ ਹਮੇਸ਼ਾ। ਤੇ ਜਦੋਂ ਗੁਰੂ ਦਾ ਉਪਦੇਸ਼ ਸੁਣਾਂਗੇ ਤੇ ਇਹ ਮਨ ਗਹਿਆ ਜਾਏਗਾ, ਮਨ ਪਕੜ ਵਿੱਚ ਆਏਗਾ, ਮਨ ਟਿਕੇਗਾ। ਨਹੀਂ ਤੇ ਜੋ ਅੱਜ ਗੁਰੂ ਸਾਹਿਬ ਨੇ ਕਿਹਾ, ਸਾਧੋ ਇਹ ਮਨ ਗਹਿਓ ਨਾ ਜਾਈਏ, ਗਹਿਆ ਨਹੀਂ ਜਾਣਾ, ਇਹ ਪਕੜਿਆ ਨਹੀਂ ਜਾਣਾ। ਜਿੰਨਾ ਮਰਜ਼ੀ ਜ਼ੋਰ ਲਾ ਲੈ, ਫਿਰ ਨਹੀਂ ਫੜਿਆ ਜਾਏਗਾ। ਜੇ ਗੁਰੂ ਨਹੀਂ ਹੈ ਨਾ ਨਾਲ, ਤੇ ਮਨ ਵਿੱਚ ਮਨ ਵਸ ਆਵੈ ਨਾਨਕਾ ਜੇ ਪੂਰਨ। ਵੇਖੋ, ਜੇ ਪੂਰਨ ਕਿਰਪਾ ਹੈ, ਰਹਿਮਤ ਹੈ, ਬਖਸ਼ਿਸ਼ ਹੈ, ਜੇ ਵਡਿਆਈਆਂ ਹਨ, ਗੁਰੂ ਨਾਲ ਹੈ, ਤੇ ਮਨ ਵਸ ਵਿੱਚ ਆਏਗਾ ਜ਼ਰੂਰ, ਮਨ ਕਾਬੂ ਵਿੱਚ ਆਏਗਾ ਜ਼ਰੂਰ। ਹੁਣ ਦੋ ਉਦਾਹਰਨਾਂ ਨੇ ਆਨੰਦ ਸਾਹਿਬ ਵਿੱਚ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇੱਕ ਪਤਾ ਕੀ ਕਿਹਾ? ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਵੇਖੋ, ਇਹ ਮਨ ਚੰਚਲਾ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਤਾਂ ਤੇ ਥਿਰ ਨਾ ਰਹਾਈ। ਇੱਥੇ ਨੌਵੇਂ ਪਾਤਸ਼ਾਹ ਕਹਿ ਰਹੇ ਨੇ। ਉੱਥੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਇੱਕ ਗੱਲ ਸਮਝ ਲੈ, ਇਹ ਮਨ ਚੰਚਲਾ, ਚੰਚਲ ਬੜਾ ਹੈ ਤੂੰ, ਤੇ ਤੂੰ ਜਾਣ ਲੈ ਚਤੁਰਾਈਆਂ ਨਾਲ ਰੱਬ ਨਹੀਂ ਮਿਲਦਾ, ਚਤੁਰਾਈਆਂ ਨਾਲ ਪਰਮਾਤਮਾ ਨਹੀਂ ਮਿਲਦਾ। ਚਤੁਰਾਈ ਕਿਨੈ ਨਾ ਪਾਇਆ।
ਅਸਲੀਅਤ ਹੈ। ਅਸੀਂ ਰੱਬ ਵਾਲੇ ਪਾਸੇ ਵੀ ਚਤੁਰਾਈਆਂ ਵਰਤਦੇ ਹਾਂ, ਚਲਾਕੀਆਂ ਵਰਤਦੇ ਹਾਂ। ਇੱਥੇ ਰੱਬ ਵਾਲੇ ਪਾਸੇ ਵਾਲੇ ਬੰਦੇ ਨੂੰ ਹੀ ਸੰਬੋਧਨ ਕੀਤਾ ਹੈ ਨਾ, ਸਾਧੋ ਤੂੰ ਸਾਧਨ ਮਨ ਨੂੰ ਸਾਧਨ ਲਈ ਤੁਰ ਪਿਆ ਏ, ਤੂੰ ਘਰ ਛੱਡ ਦਿੱਤਾ, ਪਰ ਇਹ ਮਨ ਗਹਿਓ ਨਾ ਜਾਈ, ਇਹ ਮਨ ਪਕੜ ਵਿੱਚ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਇੱਕ ਸਿੱਖ ਆ ਗਿਆ, ਵਾਹਿਗੁਰੂ ਇੱਕ ਸਾਧੂ ਆ ਗਿਆ। ਹੁਣ ਹੋਇਆ ਕਿ ਸਾਧ ਤੇ ਉਹ ਜਿਹਨੇ ਮਨ ਨੂੰ ਸਾਧਿਆ, ਪਰ ਜਿਹੜਾ ਹਉਮੈ ਤ੍ਰਿਸ਼ਨਾ ਨਾਲ ਲੈ ਕੇ ਘੁੰਮਦਾ ਹੈ ਉਹ ਸਾਧੂ ਤਾਂ ਨਹੀਂ ਨਾ ਹੋ ਸਕਦਾ। ਇਹ ਬੜੀ ਢੁੱਕਦੀ ਹੈ ਸਾਖੀ ਅੱਜ ਦੇ ਇਸ ਸ਼ਬਦ ਦੇ ਉੱਪਰ, ਬਹੁਤ ਢੁੱਕਦੀ ਹੈ। ਇਹ ਆ ਗਿਆ ਆਨੰਦਪੁਰ ਸਾਹਿਬ ਦੀ ਧਰਤੀ, ਦੀਵਾਨ ਸਜਿਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬੈਠੇ, ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਨੇ। ਇਹ ਵੀ ਆਇਆ, ਇਹਦੀ ਵਾਰੀ ਆਈ, ਇਹਨੇ ਹੱਥ ਜੋੜ ਕੇ ਨਮਸਕਾਰ ਕੀਤੀ, ਪਰ ਇਹ ਨਮਸਕਾਰ ਨਿਮਰਤਾ ਦੀ ਨਹੀਂ ਸੀ। ਇਸ ਨਮਸਕਾਰ ਦੇ ਅੰਦਰ, ਇਸ ਸਿਰ ਝੁਕਣ ਦੇ ਅੰਦਰ ਵੀ ਇੱਕ ਹਉਮੈ ਸੀ। ਜਦੋਂ ਇਹਦੀ ਵਾਰੀ ਆਈ, ਸਿਰ ਝੁਕਾਇਆ ਤੇ ਕੋਲ ਜਾ ਕੇ ਪਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਕਹਿੰਦਾ ਹੈ ਇਹ ਸਾਧੂ, ਇਹ ਮਹਾਤਮਾ? ਕਹਿੰਦਾ ਬਾਦਸ਼ਾਹ ਮੈਂ 25 ਸਾਲ ਤਪ ਕੀਤਾ, 25 ਸਾਲ ਮੈਂ ਬੜੀ ਭਾਰੀ ਤਪੱਸਿਆ ਕੀਤੀ, ਪੁੱਠਾ ਲਟਕਿਆ, ਇੱਕ ਲੱਤ ਤੇ ਖੜਾ ਰਿਹਾ, ਕਦੇ ਪਾਣੀ ਦੇ ਵਿੱਚ ਕਦੇ ਅੱਗ ਦੇ ਕੋਲ, ਮੈਂ ਬੜੀ ਭਾਰੀ ਤਪੱਸਿਆ ਕੀਤੀ ਤੇ ਹੁਣ ਮੇਰੇ ਕੋਲ ਇੱਕ ਗੁਣ ਆ ਗਿਆ, ਬੜੇ ਕਮਾਲ ਦੀ ਇੱਕ ਤਾਕਤ ਆ ਗਈ ਮੇਰੇ ਕੋਲ। ਬਾਦਸ਼ਾਹ ਕਹਿੰਦੇ ਕਿਹੜੀ? ਕਹਿੰਦਾ ਜੀ ਮੈਂ ਪਾਣੀ ਤੇ ਆਪਣੇ ਪੈਰਾਂ ਨਾਲ ਤੁਰ ਸਕਦਾ। ਮੈਂ ਨਾ ਪਾਣੀ ਤੇ, ਮੈਨੂੰ ਬੇੜੀ ਦੀ ਲੋੜ ਨਹੀਂ, ਮੈਂ ਆਪਣੇ ਪੈਰਾਂ ਦੇ ਨਾਲ ਪਾਣੀ ਦੇ ਉੱਪਰ ਤੁਰ ਕੇ ਨਦੀ ਨੂੰ ਪਾਰ ਕਰ ਲੈਣਾ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਕੋਈ ਤਵੱਜੋ ਨਹੀਂ ਦਿੱਤੀ ਇਹਦੇ ਵੱਲ। ਇਹ ਬੜਾ ਹੈਰਾਨ ਹੋਇਆ ਕਿ ਐਡਾ ਵੱਡਾ ਗੁਣ ਮੇਰੇ ਕੋਲ, ਜਦੋਂ ਮੈਂ ਪਾਣੀ ਤੇ ਤੁਰਦਾ ਤੇ ਲੋਕ ਡਿੱਗ ਡਿੱਗ ਕੇ ਡੰਡੌਤਾਂ ਕਰਦੇ ਨੇ, ਲੰਮੇ ਪੈ ਪੈ ਕੇ ਮੈਨੂੰ ਡੰਡੌਤਾਂ ਕਰਦੇ ਨੇ, ਤੇ ਗੁਰੂ ਸਿੰਘ ਨੇ ਮੇਰੇ ਵੱਲ ਵੇਖਿਆ ਹੀ ਨਹੀਂ। ਸੋਚਣ ਵਾਲੀ ਗੱਲ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਨੇ ਤਵੱਜੋ ਹੀ ਨਹੀਂ ਦਿੱਤੀ ਇਸ ਗੱਲ ਵੱਲ। ਫਿਰ ਅੱਗੇ ਹੋ ਕੇ, ਹੋਰ ਨੇੜੇ ਹੋ ਕੇ, ਪਾਤਸ਼ਾਹ ਮੈਂ ਪਾਣੀ ਤੇ ਤੁਰ ਲੈਣਾ, ਪਾਣੀ ਤੇ। ਗੁਰੂ ਸਾਹਿਬ ਕਹਿੰਦੇ ਠੀਕ ਹੈ। ਫਿਰ ਕੀ ਹੋ ਗਿਆ? ਬੜਾ ਹੈਰਾਨ ਪਾਸੇ ਹੋ ਕੇ ਬਹਿ ਗਿਆ। ਹੁਣ ਹਉਮੈ ਹੋਰ ਪ੍ਰਬਲ ਹੋ ਰਹੀ ਏ, ਤੇ ਹਉਮੈ ਪਤਾ ਕੀ ਕਹਿ ਰਹੀ ਹੈ? ਹਉਮੈ ਕਹਿ ਰਹੀ ਹੈ ਕਿ ਮੇਰੇ ਕੋਲ ਬੜਾ ਵੱਡਾ ਗੁਣ ਹੈ ਤੇ ਗੁਰੂ ਗੋਬਿੰਦ ਸਿੰਘ ਮੇਰੇ ਤੋਂ ਜਲ ਰਿਹਾ ਹੈ, ਜੈਲਸੀ ਹੈ, ਸੜ ਰਿਹਾ ਹੈ ਮੇਰੇ ਤੋਂ। ਵੇਖੋ ਸਾਧੋ, ਕਿਉਂ ਗੁਰੂ ਸਾਹਿਬ ਨੇ ਸਾਧੋ ਇੱਥੇ ਸ਼ਬਦ ਅੱਜ ਵਰਤਿਆ ਹੈ? ਇੱਕ ਆਮ ਬੰਦੇ ਦੇ ਅੰਦਰ ਹਉਮੈ ਆ ਗਈ, ਤ੍ਰਿਸ਼ਨਾ ਆ ਗਈ, ਏਡੀ ਵੱਡੀ ਗੱਲ ਨਹੀਂ ਜੇ। ਪਰ ਜੇ ਤ੍ਰਿਸ਼ਨਾ ਸਾਧਨ ਵਾਲਿਆਂ ਦੇ ਮਨ ਵਿੱਚ ਆ ਗਈ, ਸਾਧੂਆਂ ਦੇ ਮਨ ਵਿੱਚ ਆ ਗਈ, ਤੇ ਕੰਮ ਖਤਮ ਹੈ ਫਿਰ ਗੱਲ ਨਹੀਂ ਬਣਨੀ। ਕਹਿੰਦੇ ਦੂਜਾ ਦਿਨ ਹੋਇਆ, ਫਿਰ ਦੀਵਾਨ ਵਿੱਚ ਕਹਿੰਦਾ, ਤੀਜਾ ਦਿਨ ਹੋਇਆ, ਫਿਰ ਚੌਥਾ, ਪੰਜਵਾਂ, ਲਗਾਤਾਰ ਗੁਰੂ ਸਾਹਿਬ ਨੂੰ ਕਹਿ ਰਿਹਾ, ਤੇ ਗੁਰੂ ਸਾਹਿਬ ਅੱਗੋਂ ਕੋਈ ਰਿਸਪੌਂਸ ਹੀ ਨਹੀਂ ਦੇ ਰਹੇ। 6ਵੇਂ 7ਵੇਂ ਦਿਨ ਨਾ ਜਾ ਕੇ ਖੜਾ ਹੋ ਗਿਆ, ਕਹਿੰਦਾ ਜੀ ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਤੁਸੀਂ ਮੇਰੀ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ, ਤੁਸੀਂ ਤਵੱਜੋ ਹੀ ਨਹੀਂ ਦਿੰਦੇ। ਮੈਂ ਕਹਿ ਰਿਹਾ ਮੈਂ ਪਾਣੀ ਤੇ ਤੁਰ ਸਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਠੀਕ, ਇੱਥੇ ਬੈਠ ਜਾ, ਸਾਡੇ ਸਾਹਮਣੇ ਬਿਠਾ ਲਿਆ। ਦੀਵਾਨ ਦੀ ਸਮਾਪਤੀ ਹੋਈ, ਤੇ ਸਮਾਪਤੀ ਹੋਣ ਤੋਂ ਬਾਅਦ ਭਾਈ ਦਇਆ ਸਿੰਘ ਨੂੰ ਆਵਾਜ਼ ਮਾਰੀ, ਕਹਿੰਦੇ ਦਇਆ ਸਿੰਘ ਘੋੜਾ ਤਿਆਰ ਕਰ, 5 ਸਿੰਘ ਤਿਆਰ ਕਰੋ। ਤਿਆਰ ਹੋਏ, ਨਾਲ ਸਾਧੂ ਨੂੰ ਵੀ ਲੈ ਲਿਆ ਜਿਹੜਾ ਪਾਣੀ ਤੇ ਤੁਰ ਸਕਦਾ ਸੀ, ਲੈ ਕੇ ਤੇ ਸਤਲੁਜ ਦਰਿਆ ਵੱਲ ਚਲੇ ਗਏ। ਆਨੰਦਪੁਰ ਸਾਹਿਬ ਦਰਿਆ ਸਤਲੁਜ ਦਾ ਕਿਨਾਰਾ ਹੈ। ਦਰਿਆ ਸਤਲੁਜ ਵੱਲ ਚਲੇ ਗਏ ਤੇ ਹੁਣ ਇਹ ਬੜਾ ਖੁਸ਼ ਹੋ ਰਿਹਾ ਹੈ ਕਿ ਹੁਣ ਮੈਨੂੰ ਕਹਿਣਗੇ ਪਾਣੀ ਤੇ ਤੁਰ ਕੇ ਵਿਖਾ, ਮੈਂ ਪਾਣੀ ਤੇ ਤੁਰਾਂਗਾ। ਤੇ ਪਤਾ ਮਨ ਵਿੱਚ ਇੱਕ ਹੋਰ ਹਉਮੈ ਵੀ ਆ ਰਹੀ ਏ ਕਿ ਜੇ ਨਾਲ ਸੰਗਤਾਂ ਵੀ ਲੈ ਲੈਂਦੇ ਤੇ ਕਿੱਡੀ ਇੱਜ਼ਤ ਬਣਨੀ ਸੀ, ਮੇਰੀ ਸਾਰਿਆਂ ਨੂੰ ਪਤਾ ਲੱਗਣਾ ਸੀ। ਇਹ ਜਾਣਦਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ। ਜਦੋਂ ਦਰਿਆ ਸਤਲੁਜ ਤੇ ਪਹੁੰਚੇ, ਗੁਰੂ ਸਾਹਿਬ ਨੇ ਬੇੜੀ ਵਾਲੇ ਨੂੰ ਆਵਾਜ਼ ਮਾਰੀ, ਮਲਾਹ ਨੂੰ। ਉਹ ਆਇਆ, ਸਾਧੂ ਨੂੰ ਕਹਿੰਦੇ ਬੈਠ ਵਿੱਚ। ਕਹਿੰਦਾ ਮੈਂ ਤੇ ਤੁਰ ਲੈਣਾ, ਮੈਨੂੰ ਵਿੱਚ ਬੈਠਣ ਦੀ ਕੀ ਲੋੜ ਹੈ? ਕਹਿੰਦੇ ਬਹਿ ਵਿੱਚ। ਬਿਠਾ ਲਿਆ ਆਪਣੇ ਨਾਲ। ਮਲਾਹ ਨੂੰ ਕਹਿੰਦੇ ਲੈ ਚੱਲ ਬੇੜੀ ਦਰਿਆ ਦੇ ਵਿੱਚੋਂ। ਲੈ ਗਿਆ, ਦਰਿਆ ਦੇ ਵਿਚਕਾਰ ਜਾ ਕੇ 2-4 ਗੇੜੇ ਉਹਨੇ ਦਿੱਤੇ। ਕਹਿੰਦੇ ਚੱਲ ਹੁਣ ਵਾਪਸ ਲੈ ਜਾ। ਵਾਪਸ ਲੈ ਗਿਆ। ਵਾਪਸ ਲਿਜਾ ਕੇ ਜਦੋਂ ਕਿਨਾਰੇ ਤੇ ਉਤਰੇ ਨੇ ਨਾ ਗੁਰੂ ਗੋਬਿੰਦ ਸਿੰਘ ਜੀ, ਇਹ ਸਾਧੂ ਵੀ ਉਤਰਿਆ। ਹੁਣ ਇਹਦੇ ਅੰਦਰ ਗੁੱਸਾ ਵੀ ਆ ਰਿਹਾ ਹੈ ਕਿ ਮੇਰਾ ਨਿਰਾਦਰ ਕਰ ਰਹੇ ਨੇ। ਹੁਣ ਗੁੱਸਾ ਵੀ ਆਇਆ ਇਹਦੇ ਅੰਦਰ, ਹਉਮੈ, ਹੰਕਾਰ, ਇਹ ਤੇ ਸੀ, ਤ੍ਰਿਸ਼ਨਾ ਸੀ, ਹੁਣ ਕ੍ਰੋਧ ਨਾਲ ਵੀ ਭਰਦਾ ਜਾ ਰਿਹਾ।
ਤੇ ਪਤਾ ਕੀ ਹੋਇਆ, ਜਦੋਂ ਉਤਰੇ ਨਾ ਬੇੜੀ ਤੋਂ, ਗੁਰੂ ਸਾਹਿਬ ਨੇ ਇੱਕ ਧੇਲਾ ਕੱਢਿਆ ਜੇਬ ਚੋਂ। ਧੇਲਾ ਸਮਝਦੇ ਆ ਨਾ, ਕਈਆਂ ਨੇ 1 ਰੁਪਈਆ ਆਖਿਆ ਹੈ, ਪਰ ਧੇਲਾ ਅਸੀਂ ਕਹਿ ਦਿੰਦੇ ਨਾ ਕਈ ਵਾਰੀ, ਵੈਸੇ ਸ਼ਬਦ ਵਰਤਣੇ ਨਹੀਂ ਚਾਹੀਦੇ, ਬੰਦਾ ਤਾਂ ਧੇਲੇ ਦਾ ਬਣੀ ਅਸੀਂ ਕਹਿੰਦੇ ਹਾਂ, ਬਟ ਜਿਹਦਾ ਧੇਲਾ, ਜਿਹਦਾ ਕੋਈ ਮੁੱਲ ਨਹੀਂ ਹੈ। ਗੁਰੂ ਸਾਹਿਬ ਨੇ ਧੇਲਾ ਕੱਢਿਆ ਤੇ ਮਲਾਹ ਦੇ ਹੱਥ ਦੇ ਤਲੀ ਦੇ ਉੱਤੇ ਰੱਖ ਦਿੱਤਾ। ਮਲਾਹ ਖੁਸ਼ ਹੋ ਗਿਆ। ਇਹ ਕਹਿੰਦਾ, ਸਾਧੂ ਕਹਿੰਦਾ, ਪਾਤਸ਼ਾਹ ਮੈਨੂੰ ਕਿਉਂ ਲੈ ਕੇ ਆਏ ਫਿਰ ਨਾਲ, ਜੇ ਪਾਣੀ ਤੇ ਤੁਰਦੇ ਨੂੰ ਵੇਖਣਾ ਹੀ ਨਹੀਂ। ਇਹਦੇ ਮੋਢੇ ਤੇ ਹੱਥ ਰੱਖਿਆ ਗੁਰੂ ਸਾਹਿਬ ਨੇ, ਕਹਿੰਦੇ ਕਿੰਨੇ ਸਾਲ ਲਾਏ ਤੂੰ ਇਹ ਗੁਣ ਹਾਸਲ ਕਰਨ ਵਾਸਤੇ, ਕਿੰਨੇ ਸਾਲ ਤਪੱਸਿਆ ਕੀਤੀ? ਕਹਿੰਦਾ ਜੀ 25 ਸਾਲ। ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ 25 ਸਾਲ ਗਵਾ ਲਏ ਆਪਣੀ ਜ਼ਿੰਦਗੀ ਦੇ। ਜਿਹੜਾ ਕੰਮ ਇੱਕ ਧੇਲੇ ਨਾਲ ਹੋ ਸਕਦਾ ਹੈ, ਜਿਹੜਾ ਕੰਮ ਇੱਕ ਧੇਲੇ ਨਾਲ ਹੋ ਸਕਦਾ ਹੈ, ਧੇਲਾ ਦਿਓ ਮਲਾਹ ਨੂੰ, ਬੇੜੀ ਵਿੱਚ ਬੈਠੋ ਤੇ ਜਿਹੜੇ ਪਾਸੇ ਮਰਜ਼ੀ ਚਲੇ ਜਾਓ, ਉਸ ਕੰਮ ਨੂੰ ਕਰਨ ਲਈ ਆਪਣੀ ਜ਼ਿੰਦਗੀ ਦੇ 25 ਸਾਲ ਤੂੰ ਗਵਾ ਦਿੱਤੇ। ਹੁਣ ਉਹਨੂੰ ਸਮਝ ਆਉਣ ਲੱਗ ਪਈ। ਦੇਖੋ ਤਰੀਕਾ ਕਿੱਡਾ ਗੁਰੂ ਸਾਹਿਬ ਦਾ ਸਮਝਾਉਣ ਦਾ। ਉਹਨਾਂ ਨੂੰ ਸਮਝ ਆਉਣ ਲੱਗ ਪਈ ਉਹ ਸਾਧੂ ਨੂੰ ਵੀ ਗੱਲ ਵੀ ਠੀਕ ਹੈ। ਗੁਰੂ ਸਾਹਿਬ ਕਹਿੰਦੇ ਭਲਿਆ ਇਹ 25 ਸਾਲ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਲਾਏ ਹੁੰਦੇ ਤੇ ਉਹਨੂੰ ਰੱਬ ਦੇ ਬੂਹੇ ਦੇ ਨੇੜੇ ਪਹੁੰਚਿਆ ਹੁੰਦਾ। ਇਹ ਤੇ ਪਾਤਸ਼ਾਹ ਜੀ ਨੇ ਆਖਿਆ 2 ਘੰਟੇ ਕਿਸੇ ਦੇ ਘਰ ਮਜ਼ਦੂਰੀ ਕਰੇਗਾ ਤੇ ਇੰਨੇ ਪੈਸੇ ਮਿਲ ਜਾਣਗੇ। 2 ਘੰਟੇ ਮਜ਼ਦੂਰੀ ਕੀਤਿਆਂ ਹੀ ਇੰਨਾ ਧਨ ਮਿਲ ਜਾਏਗਾ ਜਿੰਨੀ ਵਾਰ ਮਰਜ਼ੀ ਬੇੜੀ ਨਾਲ ਪਾਰ ਕਰ ਲੈਂਦਾ ਰਿਹਾ। 25 ਸਾਲ ਗਵਾ ਦਿੱਤੇ। ਇਹ ਉਹਨਾਂ ਸਾਧੂਆਂ ਨੂੰ ਅੱਜ ਮੇਰੇ ਪਾਤਸ਼ਾਹ ਨੇ ਆਖਿਆ, ਇਹ ਸਾਧੂ ਸੁਣ, ਇਹੋ ਮਨ ਗਹਿਓ ਨਾ ਜਾਈਏ। ਮਨ ਨਹੀਂ ਪਕੜਿਆ ਜਾ ਸਕਦਾ। ਇਹ ਮਨ ਕਾਬੂ ਆ ਵੀ ਨਹੀਂ ਜੇ ਸਕਦਾ। ਸੱਚਾਈ ਹੈ। ਕਿਉਂ? ਕਿਉਂਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਇਹਦੇ ਅੰਦਰ ਚੰਚਲ ਤ੍ਰਿਸ਼ਨਾ ਵਸਦੀ ਹੈ, ਇਹਦੇ ਅੰਦਰ ਵਸਦੀ ਹੈ। ਚੰਚਲ ਹੈ, ਤ੍ਰਿਸ਼ਨਾ ਹੈ, ਉਸ ਮਨ ਦੇ ਅੰਦਰ ਇਹਦੇ ਨਾਲ ਵਸ ਰਹੀ ਹੈ। ਪੱਕਾ ਉਹਨੇ ਟਿਕਾਣਾ ਕਰ ਲਿਆ। ਜਾਂ ਤੇ ਥਿਰ ਨਾ ਰਹਾਈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਲਿਆ ਇਸੇ ਕਰਕੇ ਤੇਰਾ ਇਹ ਮਨ ਸਥਿਰ ਨਹੀਂ ਹੈ, ਇਸੇ ਕਰਕੇ ਤੇਰਾ ਇਹ ਮਨ ਟਿਕਦਾ ਨਹੀਂ ਪਿਆ, ਇਹ ਤੇਰੀ ਪਕੜ ਵਿੱਚ ਨਹੀਂ ਆ ਰਿਹਾ। ਕਿਉਂਕਿ ਅਸੀਂ ਬਾਣੀ ਪੜ੍ਹਦੇ ਹਾਂ, ਵੇਖੋ, ਕਿਉਂਕਿ ਸਮਾਂ ਸਮਾਪਤ ਬੜੀ ਛੇਤੀ ਹੁੰਦਾ ਹੈ। ਅਸੀਂ ਬਾਣੀ ਪੜ੍ਹਦੇ ਹਾਂ ਤੇ ਮੈਂ ਆਪਣੀ ਗੱਲ ਵਿੱਚ ਨਾਲ ਲੈ ਕੇ ਕਰ ਰਿਹਾ। ਅਸੀਂ ਦਾ ਮਤਲਬ ਆਪਾਂ ਸਾਰੇ ਹਾਂ। ਗੁਟਕਾ ਸਾਹਿਬ ਹੱਥ ਵਿੱਚ ਫੜਿਆ ਹੈ, ਇੱਦਾਂ ਹੀ ਹੈ ਨਾ। ਗੁਟਕਾ ਸਾਹਿਬ ਹੱਥ ਵਿੱਚ ਫੜਿਆ ਤੇ ਪਤਾ ਲੱਗਦਾ ਹੈ ਸ਼ੁਰੂ ਕੀਤਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਵਿੱਚ ਜਾ ਕੇ ਪਤਾ ਹੀ ਨਹੀਂ ਲੱਗਿਆ ਤੇ ਚੇਤਾ ਪਤਾ ਕਿੱਥੇ ਜਾ ਕੇ ਆਉਂਦਾ ਹੈ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਫਿਰ ਇੱਕ ਵਾਰੀ ਰੁਕਦੇ ਹਾਂ, ਪਤਾ ਨਹੀਂ ਪਿੱਛੇ ਪੜ੍ਹ ਕੇ ਵੀ ਆਏ ਹਾਂ ਕਿ ਛੱਡ ਕੇ ਹੀ ਆ ਗਏ ਹਾਂ। ਮਨ ਨਹੀਂ ਸੀ ਨਾ ਨਾਲ ਬਾਣੀ ਦੇ। ਮਨ ਬਾਣੀ ਨਾਲ ਹੁੰਦਾ ਵੀ ਨਹੀਂ ਹੈ ਸਾਡਾ। ਮੈਂ ਨਾਲ ਆਪਣੀ, ਮੇਰੇ ਨਾਲ ਵੀ ਹੁੰਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਤੁਹਾਨੂੰ ਕਿ ਮੈਂ ਤੁਹਾਡੇ ਤੋਂ ਬੜਾ ਅੱਗੇ ਹਾਂ। ਮੇਰੇ ਨਾਲ ਬੜੀ ਵਾਰ ਇਸ ਤਰ੍ਹਾਂ ਹੁੰਦਾ ਹੈ। ਇਸ ਕਰਕੇ ਮੈਂ ਜ਼ਿਆਦਾਤਰ ਜ਼ੋਰ ਜਿਹੜਾ ਉਹ ਜ਼ੁਬਾਨੀ ਕੰਠ ਬਾਣੀ 'ਤੇ ਅਸੀਂ ਜ਼ੋਰ ਦਿੰਦੇ ਹਾਂ। ਉਹ ਦਿਮਾਗ ਜ਼ਿਹਨ ਕੰਟਰੋਲ ਵਿੱਚ ਰਹੇਗਾ, ਮਨ ਟਿਕੇਗਾ ਤੇ ਜ਼ੁਬਾਨੀ ਤੁਸੀਂ ਪਾਠ ਕਰ ਸਕਦੇ ਹੋ, ਨਹੀਂ ਤੇ ਨਹੀਂ ਹੋਣਾ। ਇਹ ਵੀ ਸੱਚਾਈ ਹੈ। ਇਹਦੇ ਨਾਲ ਮੈਂ ਇਹ ਨਾ ਸਮਝਿਓ ਮੈਂ ਕਹਿ ਰਿਹਾ ਕਿ ਗੁਟਕੇ ਸਾਹਿਬ ਤੋਂ ਬਾਣੀ ਨਹੀਂ ਪੜ੍ਹਨੀ, ਨਹੀਂ, ਇਹ ਗੱਲ ਨਹੀਂ ਹੈ। ਮਨ ਨੂੰ ਟਿਕਾਓ ਜਿਸ ਤਰ੍ਹਾਂ ਵੀ ਟਿਕਦਾ ਹੈ। ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਇਹਦੇ ਨਾਲ ਚੰਚਲ ਤ੍ਰਿਸ਼ਨਾ ਵਸਦੀ ਹੈ ਤੇਰੇ ਮਨ ਦੇ ਨਾਲ। ਜਾਂ ਤੇ ਥਿਰ ਨਾ ਰਹਾਈ। ਇਸੇ ਕਾਰਨ ਇਹ ਜਿਹੜਾ ਤੇਰਾ ਮਨ ਹੈ ਇਹ ਸਥਿਰ ਨਹੀਂ ਹੈ, ਇਹ ਟਿਕਾਓ ਵਿੱਚ ਨਹੀਂ ਹੈ, ਟਿਕਦਾ ਨਹੀਂ ਹੈ। ਰਹਾਉ ਵਾਲਾ ਇਹ ਬੰਦ ਹੈ। ਰਹਾਉ ਭਾਵ ਇਹਨੂੰ ਵਿਚਾਰੋ, ਇਸ ਬੰਦ ਨੂੰ ਗੁਰੂ ਸਾਹਿਬ ਨੇ ਆਖਿਆ। ਇਹਦੇ ਵਿੱਚ ਮੂਲ ਭਾਵ ਹੈ ਇਸ ਸ਼ਬਦ ਦਾ। ਫਿਰ ਅਗਲੇ ਬੰਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ। ਕਹਿੰਦੇ ਕਠਨ ਕਰੋਧ, ਧਿਆਨ ਨਾਲ ਸੁਣਿਓ, ਇਸ ਮਨ ਨਾਲ ਹੋਰ ਕੀ ਵਸਦਾ ਹੈ। ਕਹਿੰਦੇ ਕਠਨ ਕਰੋਧ, ਕਰੋਧ ਜਿਹੜਾ ਬੜਾ ਕਠਨ ਹੈ, ਬੜਾ ਮਜ਼ਬੂਤ ਹੈ। ਕਰੋਧ ਵਾਹਿਗੁਰੂ। ਕਠਨ ਕਰੋਧ ਘਟ ਹੀ ਕੇ ਭੀਤਰ। ਇਹਦੇ ਅੰਦਰ, ਮਨ ਦੇ ਅੰਦਰ ਕਰੋਧ ਵੀ ਆ ਕੇ ਬੈਠਾ ਹੋਇਆ ਹੈ। ਚੰਚਲ ਤ੍ਰਿਸ਼ਨਾ ਤੇ ਹੈ ਹੀ ਏ। ਕਿਉਂ ਮਨ ਵਸ ਵਿੱਚ ਨਹੀਂ ਆ ਰਿਹਾ? ਕਹਿੰਦੇ ਕਠਨ ਕਰੋਧ ਘਟ ਹੀ ਕੇ ਭੀਤਰ। ਇਹਦੇ ਅੰਦਰ ਕਰੋਧ ਵੀ ਵਸ ਰਿਹਾ ਏ। ਜਿਹ ਸੁਧ ਸਭ ਬਿਸਰਾਈ, ਜਿਨੇ ਸਾਰੀ ਸੁਧ ਜਿਹੜੀ ਉਹ ਬਿਸਰਾ ਦਿੱਤੀ, ਜਿਹਨੇ ਮੱਤ ਮਾਰਤੀ। ਠੇਠ ਪੰਜਾਬੀ ਵਿੱਚ ਜਿਹਨੂੰ ਕਹਿੰਦੇ, ਠੇਠ ਪੰਜਾਬੀ ਦੇ ਸ਼ਬਦ ਨੇ, ਜਿਹਨੇ ਮੱਤ ਮਾਰਤੀ ਕਹਿੰਦੇ ਇਨਸਾਨ ਦੀ।
ਇਹ ਕਠਨ ਕਰੋਧ ਬੈਠਾ ਹੈ, ਇੱਕ ਤੇ ਬਾਹਰ ਨਹੀਂ ਹੈ। ਕਹਿੰਦੇ ਇਸ ਕਠਨ ਕਰੋਧ ਨੇ ਕੀ ਕੀਤਾ ਫਿਰ? ਇਸ ਕਠਨ ਕਰੋਧ ਨੇ ਰਤਨ ਗਿਆਨ ਸਭ ਕੋ ਹਿਰ ਲੀਨਾ। ਜਿਹੜਾ ਇਨਸਾਨ ਦੇ ਅੰਦਰ ਗਿਆਨ ਰੂਪੀ ਰਤਨ ਹੈ ਨਾ, ਗਿਆਨ ਰੂਪੀ ਖਜ਼ਾਨਾ ਹੈ, ਇਸ ਕਠਨ ਕਰੋਧ ਨੇ, ਜਿਹੜੀ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਇਹਨਾਂ ਦੋਨਾਂ ਨੇ ਮਿਲ ਕੇ ਰਤਨ ਗਿਆਨ ਸਭ ਕੋ ਹਿਰ ਲੀਨਾ। ਤੇਰੇ ਅੰਦਰ ਜਿਹੜਾ ਰਤਨ ਗਿਆਨ ਰੂਪੀ ਰਤਨ, ਗਿਆਨ ਰੂਪੀ ਖਜ਼ਾਨਾ, ਉਹ ਸਾਰਾ ਇਹਨੇ ਹਰ ਲਿਆ, ਪਾਸੇ ਕਰਤਾ, ਖੋਹ ਲਿਆ, ਉਹ ਆਪਣੇ ਥੱਲੇ ਦੱਬ ਲਿਆ ਇਹਨੇ। ਫਿਰ ਸਮਝਿਓ, ਸਾਡੇ ਅੰਦਰ ਗਿਆਨ ਦਾ ਖਜ਼ਾਨਾ ਹੈ, ਹਰ ਇੱਕ ਦੇ ਅੰਦਰ ਹੈ, ਪਰ ਜਿਹੜੀ ਤ੍ਰਿਸ਼ਨਾ ਹੈ, ਜਿਹੜਾ ਕ੍ਰੋਧ ਹੈ, ਜਿਹੜੇ ਵਿਕਾਰ ਨੇ, ਇਹਨਾਂ ਨੇ ਉਸ ਗਿਆਨ ਨੂੰ ਆਪਣੇ ਥੱਲੇ ਨੱਪ ਲਿਆ ਹੈ, ਉੱਪਰ ਨਹੀਂ ਆਉਣ ਦਿੰਦੇ। ਹੁਣ ਪ੍ਰਬਲ ਪ੍ਰਗਟ ਕੀ ਹੋ ਰਿਹਾ ਹੈ ਬਾਹਰ? ਉਹ ਤ੍ਰਿਸ਼ਨਾ ਪ੍ਰਗਟ ਹੋ ਰਹੀ ਹੈ, ਉਹ ਕ੍ਰੋਧ ਪ੍ਰਗਟ ਹੋ ਰਿਹਾ ਹੈ, ਉਹ ਵਿਕਾਰ ਪ੍ਰਗਟ ਹੋ ਰਹੇ ਨੇ, ਪਰ ਜਿਹੜਾ ਗਿਆਨ ਸੀ ਉਹ ਤੇ ਥੱਲੇ ਦੱਬਿਆ ਗਿਆ ਇਹਨਾਂ ਦੇ। ਕਿਉਂ ਕਿਹਾ ਸਾਧੂ ਇਹ ਮਨ ਗਹੇ ਹੋਣਾ ਚਾਹੀਏ? ਐਵੇਂ ਨਹੀਂ ਕਹਿ ਦਿੱਤਾ ਗੁਰੂ ਸਾਹਿਬ ਨੇ। ਕਹਿੰਦੇ ਕਠਨ ਕਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ। ਪਾਤਸ਼ਾਹ ਨੇ ਆਖਿਆ, ਕਹਿੰਦੇ ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਓ ਕਛ ਨਾ ਬਸਾਈ, ਤਾਂ ਸਿਓ ਕਛ ਨਾ ਬਸਾਈ। ਕਹਿੰਦੇ ਫਿਰ ਜੀਵ ਦਾ, ਇਨਸਾਨ ਦਾ ਕੁਝ ਵਸ ਨਹੀਂ ਚੱਲਦਾ, ਸਾਡਾ ਕੋਈ ਵਸ ਨਹੀਂ ਚੱਲਦਾ। ਫਿਰ ਜਿਵੇਂ ਇਹ ਵਿਕਾਰ ਚਲਾਉਂਦੇ ਨੇ ਅਸੀਂ ਉਵੇਂ ਚੱਲਦੇ ਹਾਂ, ਜਿਵੇਂ ਤ੍ਰਿਸ਼ਨਾ ਚਲਾਉਂਦੀ ਹੈ ਮਨ। ਜਿਸ ਦਿਨ ਰਾਜੇ ਜਨਕ ਨੇ, ਮੈਂ ਥੋੜ੍ਹੀ ਜਿਹੀ ਬੇਨਤੀ ਇਹ ਕਰਾਂਗਾ, ਰਾਜੇ ਜਨਕ ਨੇ ਆਖਿਆ ਸੀ ਕਿ ਮੈਂ ਉਹਨੂੰ ਆਪਣਾ ਗੁਰੂ ਬਣਾਵਾਂਗਾ ਜਿਹੜਾ ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਮੈਨੂੰ ਗਿਆਨ ਦੇ ਦੇਗਾ। ਕਿੰਨਾ ਕੁ ਸਮਾਂ ਲੱਗਦਾ ਹੈ? ਰਕਾਬ 'ਤੇ ਪੈਰ ਰੱਖਿਆ ਤੇ ਘੋੜੇ 'ਤੇ ਚੜ੍ਹ ਗਏ, ਇੰਨਾ ਕੁ ਟਾਈਮ ਬਸ। ਬੜੇ ਆਏ ਮੇਰੇ ਵਰਗੇ ਵਿਦਵਾਨ ਵੀ ਮੈਂ ਜਨਕ ਦਾ ਗੁਰੂ ਅਖਵਾਵਾਂਗਾ, ਬੜੇ ਆਏ। ਹੁਣ ਜਨਕ ਕੋਈ ਆਮ ਬੰਦਾ ਨਹੀਂ ਸੀ। ਜਦੋਂ ਅਸ਼ਟਾਵਕਰ ਆਇਆ ਨਾ, 8 ਵੱਲ ਸਨ ਸਰੀਰ ਵਿੱਚ, ਅਸ਼ਟਾਵਕਰ ਆਇਆ, ਹੱਸੇ ਸਨ ਸਾਰੇ ਵੇਖ ਕੇ। ਆਖਿਆ ਸੀ, ਰਾਜਾ ਜਨਕ ਤੇਰੀ ਸਭਾ ਦੇ ਅੰਦਰ ਚਮਾਰਾਂ ਦਾ ਕੀ ਕੰਮ ਹੈ? ਸੁਣਿਓ, ਬੜੇ ਗੁੱਸੇ ਵਿੱਚ ਆਏ ਬ੍ਰਾਹਮਣ, ਅਸੀਂ ਚਮਾਰ? ਸਾਨੂੰ ਚਮਾਰ ਕਹਿ ਰਹੇ? ਕਹਿੰਦਾ ਜਿਹੜਾ ਚੰਮ ਪਰਖਦਾ ਉਹ ਚਮਾਰ ਹੀ ਹੁੰਦਾ ਹੈ। ਤੁਸੀਂ ਮੇਰਾ ਚੰਮ ਪਰਖਿਆ। ਅਸ਼ਟਾਵਕਰ ਕਹਿੰਦੇ ਤੁਸੀਂ ਮੇਰਾ ਚੰਮ ਪਰਖਿਆ, ਤੇ ਜਿਹੜਾ ਚੰਮ ਪਰਖਦਾ ਉਹਨੂੰ ਮੈਂ ਹੋਰ ਕੀ ਕਵਾਂ? ਇਹਨੇ ਆਖਿਆ ਸੀ ਰਾਜੇ ਜਨਕ ਨੂੰ, ਮੈਂ ਤੈਨੂੰ ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਗਿਆਨ ਦੇਵਾਂਗਾ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਗੁਰੂ ਦਕਸ਼ਨਾ ਪਹਿਲਾਂ ਲੈਣੀ ਹੈ। ਉਹ ਕਹਿੰਦਾ ਠੀਕ ਹੈ, ਮੰਗ ਗੁਰੂ ਦਕਸ਼ਨਾ ਦੇ ਰੂਪ ਵਿੱਚ ਕੀ ਮੰਗਦਾ ਹੈ? ਇਹਨੇ ਰਾਜੇ ਜਨਕ ਨੂੰ ਆਖਿਆ, ਆਪਣਾ ਮਨ ਮੈਨੂੰ ਦੇ ਦੇ, ਮਨ ਮੈਨੂੰ ਦੇ ਦੇ। ਕਹਿੰਦਾ ਠੀਕ ਹੈ, ਮੈਂ ਆਪਣਾ ਮਨ ਤੈਨੂੰ ਦਿੱਤਾ। ਜਦੋਂ ਰਕਾਬ 'ਤੇ ਪੈਰ ਰੱਖ ਕੇ ਘੋੜੇ 'ਤੇ ਚੜ੍ਹਨ ਲੱਗਾ ਨਾ, ਤੇ ਅਸ਼ਟਾਵਕਰ ਨੇ ਆਖਿਆ ਸੀ, ਜਨਕ ਮੇਰਾ ਮਨ ਕਹਿੰਦਾ ਹੈ ਤੂੰ ਘੋੜੇ 'ਤੇ ਨਾ ਚੜ੍ਹ। ਪੈਰ ਥੱਲੇ ਲਾ ਕੇ ਡਿੱਗ ਪਿਆ ਸੀ ਪੈਰਾਂ ਦੇ ਉੱਪਰ ਅਸ਼ਟਾਵਕਰ ਦੇ। ਸਮਝ ਆ ਗਈ ਸੀ ਕਿ ਜਿੱਦਣ ਮਨ ਗੁਰੂ ਨੂੰ ਦੇਤਾ ਉਦਣ ਸਭ ਕੁਝ ਖਤਮ ਹੋ ਗਿਆ। ਫਿਰ ਜਿਵੇਂ ਗੁਰੂ ਕਹੇਗਾ ਉਸੇ ਤਰ੍ਹਾਂ ਹੀ ਚੱਲੇਗਾ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈ ਹੈ। ਤਨ ਜਦੋਂ ਗੁਰੂ ਨੂੰ ਦੇਤਾ, ਮਨ ਜਦੋਂ ਕਰ ਦਿੱਤਾ ਨਾ, ਫਿਰ ਜਾ ਕੇ ਪਰਮਾਤਮਾ ਦਾ, ਫਿਰ ਇਹ ਮਨ ਕਾਬੂ ਵਿੱਚ ਆਏਗਾ, ਕਿਉਂਕਿ ਫਿਰ ਗੁਰੂ ਦਾ ਹੋ ਗਿਆ, ਫਿਰ ਸਾਡਾ ਨਹੀਂ ਨਾ ਰਹਿ ਗਿਆ। ਕਿੱਡੀ ਕਮਾਲ ਦੀ ਗੱਲ ਸੀ। ਇੱਕ ਪਲ ਦੇ ਅੰਦਰ ਇਹ ਗਿਆਨ ਸੀ ਅਸ਼ਟਾਵਕਰ ਦੇ ਅੰਦਰ, ਇਹ ਗਿਆਨ ਸਾਰਿਆਂ ਦੇ ਅੰਦਰ ਹੈ, ਪਰ ਸਾਡੇ ਅੰਦਰਲੇ ਗਿਆਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨੱਪ ਲਿਆ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਅਖੀਰਲੇ ਬੰਦ ਵਿੱਚ ਆਖਿਆ, ਕਹਿੰਦੇ ਜੋਗੀ ਯਤਨ ਕਰਤ ਸਭ ਹਾਰੇ। ਜੋਗੀ ਯਾਦ ਬੜੇ, ਪਹਿਲੋਂ ਸਾਧੂ ਨੂੰ ਕਿਹਾ, ਹੁਣ ਜੋਗੀ ਵੀ ਲੈ ਕੇ ਆ ਗਏ ਨਾਲ। ਕਹਿੰਦੇ ਜੋਗੀ ਆਦ ਸਾਰੇ ਜਿੰਨੇ ਵੀ ਸਨ, ਯਤਨ ਕਰਤ ਸਭ ਹਾਰੇ। ਇਸ ਮਨ ਨੂੰ ਵਸ ਕਰਨ ਲਈ ਸਾਰੇ ਯਤਨ ਕਰ ਕਰਕੇ ਹਾਰ ਗਏ। ਗੁਣੀ ਰਹੇ ਗੁਣ ਗਾਈ, ਤੇ ਬੜੇ ਗੁਣੀ ਜਨ, ਜਿਨ੍ਹਾਂ ਕੋਲ ਗੁਣ ਬੜਾ, ਗਿਆਨ ਨਹੀਂ ਗੁਣੀ, ਗਿਆਨੀ ਸ਼ਬਦ ਨਹੀਂ ਹੈ, ਗੁਣੀ ਸ਼ਬਦ ਹੈ। ਜਿਨ੍ਹਾਂ ਕੋਲ ਬੜਾ ਗੁਣ ਹੈ, ਉਹ ਗੁਣੀ ਜਨ ਜਿਹੜੇ ਨੇ ਨਾ, ਗੁਣੀ ਰਹੇ ਗੁਣ ਗਾਈ। ਕਹਿੰਦੇ ਉਹ ਗੁਣ ਗਾ ਗਾ ਕੇ ਇਸ ਮਨ ਨੂੰ ਵਸ ਵਿੱਚ ਕਰਨ ਦਾ ਯਤਨ ਕਰਦੇ ਰਹੇ। ਜੋਗੀ ਯਤਨ ਕਰਤ ਸਭ ਹਾਰੇ, ਉਹ ਵੀ ਹਾਰ ਗਏ ਤੇ ਇਹ ਵੀ ਹਾਰ ਗਏ, ਮਨ ਵਸ ਵਿੱਚ ਨਹੀਂ ਆਇਆ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰ ਭਏ ਦਿਆਲਾ। ਸੁਣਿਓ ਹੁਣ, ਜਨ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿ ਰਹੇ ਨੇ? ਹਰ ਭਏ
दयाला। जदों हरि परमात्मा दया के घर विच आ गया, वो दयालता के घर विच आ गया, तेरे ते दया कर दी। फिर मेरे साहिबा ने आख्या तौ बिद सब बन आई, तौ बिद तौ सब आई। वाहिगुरू कहते ये सारी बिद परमात्मा ने आप बना दी, आप उन्हें रहमतां कीतियां ते इंसान का मन जिहड़ा सी ना फिर ये वस विच आ गया। उस तो बिना क्योंकि मन वस विच आ ही नहीं सकता। जिन्ना मर्जी कोई जोर ला लवे, जिन्ना मर्जी असी यतन कर लईए, साधो ये मन गहिओ ना जाइए, मन पकड़ विच नहीं आउंदा। अज दा शब्द जिहड़ा है ना, इत्थे गुरु तेग बहादुर साहब ने समझाया भलिया, जे चाहना है मन वस विच आ जाए, जे चाहना है फिर ये मन गुरु नूं दे दे, अपने कोल ना रख। ये मन जो गुरु के अगे अर्पण कर देगा, जो गुरु कहे सोई भल मानो, जो गुरु कहेगा उन्होंने भला करके मनेगा। फिर जो मन ही गुरु का हो गया, फिर गुरु आपे जिहड़े पासे मर्जी लाई जाए। तो जो गुरु मन नूं गल समझो, जो गुरु फिर गुरु मन गुरु के कब्जे में आ गया, फिर ना ये नाल चंचल तृष्णा वसेगी, ना ये अंदर क्रोध जिहड़ा घट ही के भीतर है कठिन क्रोध, ये भी ये अंदर नहीं रहेगा। तो मेरे सच्चे पातशाह ने आख्या फिर जदों हरि दयाल हो जाएगा, ये मन भी वस में आएगा। जदों रहमतां दे वस आएगा तो परमात्मा का मिलाप है। सो सतगुरु रहमत करन। इन्नियां को बेनतियां आप जी ने प्रवान कर लैनियां। इस समुच्चा जो कारज है अगले साल गुरु तेग बहादुर साहब जी का 400 साला प्रकाश पुरब शताब्दी है। 59 शब्द ने, अज चौथे शब्द की विचार सी। बेअंत भुल्लां गलतियां हो गई हैं। सतगुरु सच्चे पातशाह आप सरबत संगत बख्शनहार हो जी। बेअंत भुल्लां दी खिमा करो गुरफतेह दी साझ। वाहिगुरू जी का खालसा, वाहिगुरू जी की फतेह।